हेलो स्टूडेंट्स, हाउ आर यू? वेलकम टू योर बॉटनी ਲੈਕਚਰ। ਬੇਟਾ ਆਪਾਂ ਖਤਮ ਕਰ ਲਏ ਸੀ ਜਿਮਨੋਸਪਰਮ ਸੀਡ ਪਲਾਂਟਸ। ਅੱਜ ਆਪਾਂ ਸਟਾਰਟ ਕਰਾਂਗੇ ਫੋਸਿਲਸ। ਇਹਦੇ ਵਿੱਚ ਥੋੜਾ ਹੀ ਤੁਹਾਡੇ ਸਿਲੇਬਸ 'ਚ ਹੈ ਜਿਓਲੋਜੀਕਲ ਟਾਈਮ ਸਕੇਲ, ਫੋਸਿਲ ਤੇ ਪ੍ਰੋਸੈਸਸ ਆਫ ਫੋਸਿਲਾਈਜੇਸ਼ਨ। ਸਿਲੇਬਸ ਦੇਖ ਕੇ ਤੁਸੀਂ ਜਿਹੜਾ ਟੌਪਿਕ ਇਹ 'ਚੋਂ ਛੱਡਣ ਵਾਲਾ ਹੈ ਉਹ ਛੱਡ ਸਕਦੇ ਹੋ। ਮੈਂ ਤੁਹਾਨੂੰ ਜਿੰਨਾ ਕੁ ਇੰਪੋਰਟੈਂਟ ਹੈਗਾ ਉਹ ਸਾਰਾ ਕਰਾ ਦੇਣਾ ਹੈ। ਬੇਟਾ ਜੇ ਅਸੀਂ ਹੁਣ ਫੋਸਿਲ ਦੀ ਗੱਲ ਕਰੀਏ ਤਾਂ ਫੋਸਿਲਸ ਜਿਹੜੇ ਆ, ਮੈਂ ਕੱਲ੍ਹ ਵੀ ਦੱਸਿਆ ਸੀਗਾ ਕਿ ਰਿਮੇਨਸ ਆਫ ਡੈਡ ਪਲਾਂਟਸ ਐਂਡ ਐਨੀਮਲਸ ਬਰੀਡ ਡੀਪ ਅੰਡਰ ਦਾ ਅਰਥ ਮਿਲੀਅਨ ਈਅਰਸ ਐਗੋ, ਉਹਨੂੰ ਅਸੀਂ ਕਹਿੰਦੇ ਹਾਂ ਫੋਸਿਲ ਕਿ ਜੀਵਾਸ਼ਮ। ਇਹ ਜਿਹੜਾ ਫੋਸਿਲ ਆ ਟਰਮ, ਇਹ ਲੈਟਿਨ ਭਾਸ਼ਾ ਤੋਂ ਬਣੀ ਹੋਈ ਹੈ ਫੋਸਿਲਿਸ, ਜਿਹਦਾ ਮਤਲਬ ਹੁੰਦਾ ਟੂ ਡਗ ਆਊਟ। ਡਗ ਆਊਟ ਮਤਲਬ ਖੋਦ ਕੇ ਬਾਹਰ ਕੱਢਣਾ। ਇਸ ਕਰਕੇ ਓਰੀਜਨਲ ਜਿਹੜੀ ਸੈਂਸ ਦੇ ਵਿੱਚ ਫੋਸਿਲ ਕੀ ਆ, ਕੁਝ ਆਬਜੈਕਟਸ ਜਿਹੜੇ ਅਰਥ ਕਰਸਟ ਵਿੱਚ ਪਾਏ ਜਾਂਦੇ ਆ ਔਰ ਜਿਨ੍ਹਾਂ ਦੀ ਲੋੜ ਆ ਉਹਨਾਂ ਨੂੰ ਖੁਦਾਈ ਕਰਕੇ ਬਾਹਰ ਕੱਢਣ ਦੀ, ਡਗ ਆਊਟ ਕਰਨ ਦੀ। ਆਪਣੇ ਮੈਂ ਦੱਸਿਆ ਸੀਗਾ ਕਿ ਲਖਨਊ ਦੇ ਵਿੱਚ ਪੇਲੀਓ ਬਟਾਨੀਕਲ ਜਾਂ ਫੋਸਿਲ ਇੰਸਟੀਚਿਊਟ ਹੈਗਾ ਆ, ਬੀਰਬਲ ਸਾਨੀ ਇੰਸਟੀਚਿਊਟ। ਅਤੇ ਇੰਡੀਆਜ਼ ਫਸਟ ਪੇਲੀਓ ਬੋਟਨਿਸਟ ਜਿਹੜੇ ਸੀਗੇ ਬੀਰਬਲ ਸਾਨੀ ਸੀਗੇ, ਉਹਨਾਂ ਨੇ ਕਾਫੀ ਕੰਮ ਕੀਤਾ ਆ ਫੋਸਿਲਸ 'ਤੇ। ਜੇ ਹੁਣ ਅਸੀਂ ਏਜ ਗੱਲ ਕਰੀਏ ਕਿ ਕਦੋਂ ਫੋਸਿਲ ਮਿਲੇ ਸੀਗੇ, ਤਾਂ ਮਿਡਲ ਏਜਸ ਮਤਲਬ ਮਿਲੀਅਨ ਈਅਰਸ ਅਗੋ। ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੀ ਹਾਂ ਕਿ ਇਹ ਜਿਹੜੇ ਫੋਸਿਲ ਸੀਗੇ ਇਹ ਆਪਾਂ ਨੂੰ ਮਿਲੇ ਸੀਗੇ, ਜਾਂ ਮਿਲੀਅਨ ਈਅਰਸ ਅਗੋ ਵੀ ਆਪਾਂ ਕੁਝ ਪਲਾਂਟਸ ਔਰ ਐਨੀਮਲਸ ਦੇ ਫੋਸਿਲਸ ਜਿਹੜੇ ਸੀਗੇ ਉਹ ਡਗ ਆਊਟ ਕਰ ਲਏ ਸੀ, ਲੱਭ ਲਏ ਸੀਗੇ ਅਰਥ ਤੋਂ, ਅਰਥ ਦੇ ਅੰਦਰੋਂ। ਹੁਣ ਇਹ ਜਿਹੜੇ ਹੈਗੇ ਆ, ਸਟਾਰਟਿੰਗ ਦੇ ਵਿੱਚ ਇੱਕ ਇਹਨਾਂ ਦੇ ਬਾਰੇ ਧਾਰਨਾ ਬਣੀ ਸੀਗੀ ਕਿ ਜਿਹੜੇ ਫੋਸਿਲਸ ਆ ਉਹ ਕੁਝ ਲੋਕ ਕਹਿੰਦੇ ਸੀਗੇ ਕਿ ਤਾਰਿਆਂ ਦੇ ਇਨਫਲੂਐਂਸ ਨਾਲ, ਜਾਂ ਫਿਰ ਕੁਝ ਲੋਕ ਕਹਿੰਦੇ ਸੀਗੇ ਕਿ ਇਹ ਥੰਡਰ ਸਟੋਰਮ ਜਿਹੜੀ ਬਿਜਲੀ ਗੜਕਦੀ ਆ ਉਹਨਾਂ ਦਾ ਪ੍ਰੋਡਕਟ ਆ ਫੋਸਿਲ। ਲੇਕਿਨ ਕਿਉਂਕਿ ਉਦੋਂ ਪ੍ਰੋਪਰ ਇਹਨਾਂ ਦੀ ਸਟੱਡੀ ਨਹੀਂ ਹੋਈ ਸੀ, ਪ੍ਰੋਪਰ ਸਾਨੂੰ ਮਿਲੇ ਨਹੀਂ ਸੀ, ਫੈਸਿਲਿਟੀ ਨਹੀਂ ਸੀਗੀ, ਤਾਂ ਇਹ ਧਾਰਨਾਵਾਂ ਬਣੀਆਂ ਸੀ। ਪਰ ਜਿੱਦਾਂ 15th ਔਰ 16th ਸੈਂਚੁਰੀ ਦੇ ਵਿੱਚ ਸਾਇੰਟਿਸਟ ਨੇ ਥੋੜ੍ਹਾ ਉਹਨਾਂ ਦਾ ਦਿਮਾਗ ਸਾਇੰਟੀਫਿਕਲੀ ਚੱਲਿਆ। ਫੋਰ ਐਗਜ਼ਾਮਪਲ ਲਿਓਨਾਰਡੋ ਡਾ ਵਿੰਸੀ ਸਾਇੰਟਿਸਟ ਸੀਗੇ ਜਿਨ੍ਹਾਂ ਨੇ ਇਟਲੀ ਦੇ ਵਿੱਚ, ਅਤੇ ਬਰਨਾਰਡ ਪਾਲੀਸੀ ਸੀਗੇ ਇਨ ਫਰਾਂਸ, ਜਿਨ੍ਹਾਂ ਨੇ ਡਿਮੋਨਸਟ੍ਰੇਟ ਕੀਤਾ ਕਿ ਫੋਸਿਲਸ ਜਿਹੜੇ ਆ ਉਹ ਐਕਚੁਅਲੀ ਰਿਮੇਨਸ ਆਫ ਐਨੀਮਲਸ ਔਰ ਪਲਾਂਟਸ ਹੁੰਦੇ ਆ ਵਿਚ ਵੰਸ ਲਿਵਡ ਇਨ ਦਾ ਪਲੇਸਿਸ ਵੇਅਰ ਦੇ ਆਰ ਫਾਊਂਡ। ਕਿ ਫੋਸਿਲ ਵੀ ਪਲਾਂਟ ਔਰ ਐਨੀਮਲਸ ਹੀ ਆ ਜਿਹੜੇ ਕਿਸੇ ਇੱਕ ਸਮੇਂ 'ਤੇ ਉਸ ਜਗ੍ਹਾ 'ਤੇ ਮਿਲੇ, ਪਰ ਡਿਊ ਟੂ ਐਨੀ ਫੈਕਟਰ, ਚਾਹੇ ਉਹ ਲਾਵਾ ਹੋਇਆ, ਅਰਥਕੁਏਕ ਆਇਆ, ਜਾਂ ਉੱਥੇ ਹੜ੍ਹ ਆ ਗਿਆ, ਜਾਂ ਜ਼ਮੀਨ ਖਿਸਕ ਗਈ, ਤਾਂ ਉਹਦੇ ਨਾਲ ਉਹ ਥੱਲੇ ਜ਼ਮੀਨ ਦੇ ਧੱਸ ਗਏ, ਪਏ ਡੈਡ ਡੀਕੰਪੋਜ਼ ਹੋ ਗਏ, ਉਹਨਾਂ ਦੀਆਂ ਛਾਪਾਂ ਬਣ ਗਈਆਂ ਪੱਥਰਾਂ 'ਤੇ, ਚੱਟਾਨਾਂ 'ਤੇ, ਤਾਂ ਉਹ ਫੋਸਿਲ ਬਣ ਗਏ। ਇੱਦਾਂ ਇਹ ਦੋ ਸਾਇੰਟਿਸਟ ਨੇ ਫਿਰ 15th ਔਰ 16th ਸੈਂਚੁਰੀ 'ਚ ਜਾ ਕੇ ਇਹਨਾਂ ਦੇ ਇਹ ਮੱਤ ਦਿੱਤੇ ਸੀਗੇ। ਹੁਣ ਇਹਦੀ ਡੈਫੀਨੇਸ਼ਨ ਜਿਹੜੀ ਆ ਉਹ ਕਈ ਸਾਇੰਟਿਸਟ ਨੇ ਇਹਨਾਂ ਨੂੰ ਡਿਫਾਈਨ ਕੀਤਾ ਆਪਣੇ ਤਰੀਕੇ ਨਾਲ, ਪਰ ਐਕਚੁਅਲ ਡੈਫੀਨੇਸ਼ਨ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ, ਹੈ ਨਾ। ਡੈਡ ਪਲਾਂਟਸ ਐਂਡ ਐਨੀਮਲਸ ਦੇ ਰਿਮੇਨਸ ਬਰੀਡ ਡੀਪ ਅੰਡਰ ਦਾ ਅਰਥ ਮਿਲੀਅਨ ਈਅਰਸ ਅਗੋ, ਇਹ ਇਹਦੀ ਐਕਚੁਅਲ ਡੈਫੀਨੇਸ਼ਨ ਹੈ। ਸਾਇੰਟਿਸਟ ਜਿਹੜਾ ਸਕੋਪ ਸੀਗਾ ਉਹਨੇ 1975 ਦੇ ਵਿੱਚ ਦੱਸਿਆ ਸੀਗਾ ਕਿ ਐਨੀ ਜਿਹੜੇ specimen that demonstrates the physical evidence of the occurrence of ancient life, ਤਾਂ ਉਹਨੇ ਫੋਸਿਲਸ ਨੂੰ ਏਂਸ਼ੀਅੰਟ ਮਤਲਬ ਪੁਰਾਣੀ ਇੱਕ ਔਰਗੈਨਿਜ਼ਮ ਜਾਂ ਪੁਰਾਣੀ ਲਾਈਫ ਫਾਰਮ ਦੱਸਦੀ ਸੀ ਕਿ ਜਿਹੜੇ ਸਾਨੂੰ ਮਿਲੇ ਆ, ਔਰ ਇਹ ਪੁਰਾਣੇ ਕਿਸੇ ਵੀ ਟਾਈਮ 'ਚ ਸੀਗੇ, ਪ੍ਰੀ ਹਿਸਟੋਰਿਕ।
ਪ੍ਰੀ ਹਿਸਟੋਰਿਕ ਲਾਈਫ ਇਹਨੂੰ ਨਾਮ ਦਿੱਤਾ ਸੀ, ਸਿੰਪਲੀ ਪ੍ਰੀ ਹਿਸਟੋਰਿਕ ਲਾਈਫ। ਅਤੇ ਪ੍ਰੀ ਹਿਸਟੋਰਿਕ ਲਾਈਫ ਨੂੰ ਹੋਲੋਸੀਨ ਵੀ ਕਹਿੰਦੇ ਆ, ਠੀਕ ਹੈ। ਇਹ ਤਾਂ ਸ਼ਕੋਫ ਦਾ ਇੱਕ ਸਾਇੰਟਿਸਟ ਸੀਗਾ, ਹੋਲੋਸੀਨ ਜਾਂ ਓਲਡਰ ਟਾਈਮਸ 'ਚ ਸਾਨੂੰ ਜਿਹੜੇ ਸਪੈਸੀਮਨ ਮਿਲੇ ਉਹਨੂੰ ਫੋਸਿਲ ਨਾਮ ਦਿੱਤਾ। ਫਿਰ ਸਟੀਵਾਰਟ ਸਾਇੰਟਿਸਟ ਸੀਗਾ ਜਿਹਨੇ 1983 ਦੇ ਵਿੱਚ ਇਹ ਦੱਸਿਆ ਕਿ ਸਿੰਪਲ ਡੈਫੀਨੇਸ਼ਨ ਉਹਨੇ ਇਹ ਦੱਸੀ ਸੀਗੀ ਫੋਸਿਲ ਦੀ, ਕਿ ਆਪਣੀ ਬੁੱਕ ਉਹਨੇ ਪੇਲੀਓਬੋਟਨੀ 'ਤੇ ਇੱਕ ਬੁੱਕ ਲਿਖੀ ਸੀ, ਉਹ 'ਚ ਉਹਨੇ ਡੈਫੀਨੇਸ਼ਨ ਡਿਸਕਰਾਈਬ ਕੀਤੀ ਸੀ, ਐਨੀ ਐਵੀਡੈਂਸ ਆਫ ਪ੍ਰੀ ਹਿਸਟੋਰਿਕ ਲਾਈਫ। ਤਾਂ ਉਹਨੇ ਵੀ ਸ਼ਕੋਫ ਦੀ ਡੈਫੀਨੇਸ਼ਨ ਨਾਲ ਥੋੜ੍ਹਾ ਜਿਹਾ ਕਹਿ ਲਓ ਕਿ ਉੱਦਾਂ ਦੀ ਡੈਫੀਨੇਸ਼ਨ ਹੀ ਤਕਰੀਬਨ ਦਿੱਤੀ ਕਿ ਇਹ ਐਵੀਡੈਂਸ ਹੁੰਦੇ ਆ ਪ੍ਰੀ ਹਿਸਟੋਰਿਕ ਲਾਈਫ। ਪ੍ਰੀ ਹਿਸਟੋਰਿਕ ਮਤਲਬ ਕਿ ਪੁਰਾਣੇ ਜ਼ਮਾਨੇ 'ਚ ਕਿੰਨੇ ਸਾਲ ਪਹਿਲਾਂ ਕੋਈ ਆਰਗੈਨਿਜ਼ਮ ਸੀਗੇ ਜਿਹੜੇ ਕਿਸੇ ਵੀ ਏਰੀਆ 'ਚ ਰਹਿੰਦੇ ਸੀਗੇ ਅਤੇ ਡੈਥ ਹੋ ਗਈ ਉਹਨਾਂ ਦੀ, ਔਰ ਉਹਨਾਂ ਦੇ ਸਾਨੂੰ ਛਾਪਾਂ ਮਿਲੀਆਂ, ਰਿਮੇਨਸ ਮਿਲੇ ਆ, ਉਹ ਪ੍ਰੀ ਹਿਸਟੋਰਿਕ ਲਾਈਫ ਇਹਨੂੰ ਡਿਫਾਈਨ ਕਰਤਾ। ਫਿਰ ਜਿਹੜੇ ਇਸ ਡੈਫੀਨੇਸ਼ਨ ਦੇ ਵਿੱਚ, ਸਟੀਵਾਰਟ ਦੀ ਡੈਫੀਨੇਸ਼ਨ ਦੇ ਵਿੱਚ ਉਹ ਫੋਸਿਲ ਲਾਈਕ ਆਬਜੈਕਟਸ ਨਹੀਂ ਇਨਕਲੂਡ ਕੀਤੇ ਗਏ ਜਿਹੜੇ ਅਰਥ 'ਤੇ ਅਕਮੂਲੇਟ ਹੋਏ ਹੋਣੇ ਆ, ਇਕੱਠੇ ਹੋਏ ਹੋਣੇ ਆ ਜਦੋਂ ਕਿ ਅਰਥ ਬਣੀ ਸੀਗੀ। ਧਰਤੀ ਦਾ ਜਦੋਂ ਓਰੀਜਨ ਹੋਇਆ 6000 ਈਅਰਸ ਐਗੋ ਅਪਰੋਕਸੀਮੇਟਲੀ, ਉਦੋਂ ਦੇ ਪਲਾਂਟਸ ਜਿਹੜੇ ਆ ਉਹ ਇਸ ਡੈਫੀਨੇਸ਼ਨ ਦੇ ਅਕੋਰਡਿੰਗ ਨਹੀਂ ਡਿਫਾਈਨ ਕੀਤੇ ਗਏ। ਹੋ ਸਕਦਾ ਹੈ ਕਿ ਉਹਨਾਂ ਦੇ ਕੋਈ ਫੋਸਿਲ ਨਾ ਮਿਲੇ ਹੋਣ, ਜਾਂ ਹਾਲੇ ਉਨੀ ਕਿਸੇ ਉਸ ਏਰੀਆ ਦੀ ਖੁਦਾਈ ਨਾ ਹੋਈ ਹੋਵੇ ਜਿੱਥੇ ਕਿ ਜਦੋਂ ਧਰਤੀ ਇਵੋਲਵ ਹੋਈ ਆ ਉਦੋਂ ਉਸ ਜ਼ਮਾਨੇ ਦੇ ਜਾਂ ਸਟਾਰਟਿੰਗ ਵਾਲੇ ਪਲਾਂਟਸ ਐਨੀਮਲਸ ਦੀ ਕੋਈ ਰਿਮੇਨਸ ਨਹੀਂ ਮਿਲੇ, ਇੱਦਾਂ ਇਹ ਡੈਫੀਨੇਸ਼ਨ ਕਹਿੰਦੇ ਆ। ਫਿਰ ਕੁਝ ਸਾਇੰਟਿਸਟ ਨੇ ਕੋਸ਼ਿਸ਼ ਕੀਤੀ ਕਿ ਟਰੂ ਫੋਸਿਲ ਔਰ ਸਬ ਫੋਸਿਲ ਨੂੰ ਡਿਫਰੈਂਸ਼ੀਏਟ ਕੀਤਾ ਜਾਵੇ। ਤਾਂ ਕੁਝ ਸਾਇੰਟਿਸਟ ਦੇ ਅਕੋਰਡਿੰਗ ਫੋਸਿਲਸ ਕਿਆ ਹੁੰਦੇ ਆ, ਓਲਡਰ ਸਪੈਸੀਮੈਂਸ ਆ ਜਿਹੜੇ ਫੋਸਿਲਾਈਜ਼ਡ ਹੋਏ 6000 ਸਾਲ ਪਹਿਲਾਂ ਜਾਂ ਉਸ ਤੋਂ ਵੀ ਪਹਿਲਾਂ, ਮੰਨ ਲਓ ਐਂਡ ਆਫ ਪਲਿਸਟੋਸੀਨ ਪੀਰੀਅਡ। ਫਿਰ ਇਹ ਜਿਹੜੇ ਫੋਸਿਲ ਹੁੰਦੇ ਆ ਇਹ ਚੇਂਜਡ ਔਰ ਮਿਨਰਲਾਈਜ਼ਡ ਹੋ ਜਾਂਦੇ ਆ ਅਤੇ ਓਰੀਜਨਲ ਨਾਲੋਂ, ਹੈ ਨਾ, ਐਂਡ ਗੈਟ ਕੰਪਲੀਟਲੀ ਟਰਾਂਸਫੋਰਮਡ ਇਨਟੂ ਫੋਸਿਲਸ। ਮਤਲਬ ਇੰਨੇ ਸਾਲ ਹੁਣ ਮਿੱਟੀ ਦੇ ਪੱਥਰਾਂ ਦੇ ਥੱਲੇ ਇਹ ਦੱਬਿਓ ਬਿਲਕੁਲ ਹੀ ਡੀਕੰਪੋਜ਼ਡ ਹੋ ਜਾਂਦੇ ਆ, ਮਿਨਰਲਾਈਜ਼ਡ ਹੋ ਜਾਂਦੇ ਆ। ਐ ਨਹੀਂ ਮਤਲਬ ਫੋਸਿਲ ਦਾ ਇੱਕ ਪ੍ਰੋਪਰ ਫੋਸਿਲ ਦੀ ਕੈਟਾਗਰੀ 'ਚ ਇਹ ਆ ਜਾਂਦੇ ਆ, ਜਾਂ ਕਨਵਰਟ ਹੋ ਜਾਂਦੇ ਇਨਟੂ ਪ੍ਰੋਪਰ ਫੋਸਿਲ। ਸਬ ਫੋਸਿਲ ਹੁਣ ਨਾਮ ਤੋਂ ਹੀ ਕਲੀਅਰ ਹੈ ਕਿ ਜਿਹੜਾ ਪੂਰੀ ਪ੍ਰੋਪਰਲੀ ਡਿਵੈਲਪ ਨਹੀਂ ਹੋਇਆ ਹੁੰਦਾ ਫੋਸਿਲ ਦੇ ਵਿੱਚ। ਸਬ ਫੋਸਿਲਸ ਜਿਹੜੇ ਇਹ ਰੀਸੈਂਟ ਡੈਡ ਬੋਡੀਜ਼ ਆਫ ਰਿਮੇਨਸ ਆਫ ਪਲਾਂਟਸ ਐਂਡ ਐਨੀਮਲਸ, ਜਿਨ੍ਹਾਂ ਨੂੰ ਹਾਲੇ 6000 ਸਾਲ ਤੋਂ ਘੱਟ, ਮਤਲਬ ਹੁਣ ਕਹਿ ਲਓ ਕਿ 1000 ਸਾਲ ਪਹਿਲਾਂ ਦੇ ਜਿਹੜੇ ਹਨ ਇਹ ਲੈਸ ਮਿਨਰਲਾਈਜ਼ਡ ਹੁੰਦੇ ਆ ਅਤੇ ਮਤਲਬ ਪੂਰੀ ਤਰ੍ਹਾਂ ਕਨਵਰਟ ਨਹੀਂ ਹੋਏ ਹੁੰਦੇ। ਕੁਛ ਇਹਨਾਂ ਦੇ ਤੁਹਾਨੂੰ ਐਸ ਸੱਚ ਵੀ ਹੱਡੀ ਜਾਂ ਕੋਈ ਪਾਰਟ ਇੱਦਾਂ ਵੀ ਮਿਲ ਜਾਊਗਾ ਇਹਨਾਂ ਦਾ। ਅਤੇ ਫਿਰ ਜਿਹੜੀ ਡੈਫੀਨੇਸ਼ਨ ਸ਼ਕੋਫ ਨੇ ਦਿੱਤੀ ਸੀਗੀ 1975 'ਚ, ਤਾਂ ਜ਼ਿਆਦਾ ਸਟੱਡੀ ਕਰਨ ਤੋਂ ਬਾਅਦ ਉਹਦੀ ਡੈਫੀਨੇਸ਼ਨ ਨੂੰ ਐਪਰੋਪਰੀਏਟ ਮੰਗਿਆ ਆ, ਭਾਵੇਂ ਉਹ ਡੈਫੀਨੇਸ਼ਨ ਉਹ ਫੋਸਿਲ ਰਿਮੇਨਸ ਨੂੰ ਜਾਂ ਪ੍ਰਿੰਟਸ ਨੂੰ ਮਤਲਬ ਪੂਰੀ ਤਰ੍ਹਾਂ ਸ਼ਕੋਫ ਦੀ ਜਿਹੜੀ ਡੈਫੀਨੇਸ਼ਨ ਆ ਐਪਰੋਪਰੀਏਟ ਤਾਂ ਮੰਨੀ, ਪਰ ਕਹਿ ਲਓ ਕਿ ਪੂਰੀ ਤਰ੍ਹਾਂ ਫੋਸਿਲ ਨੂੰ ਡਿਸਕਰਾਈਬ ਨਹੀਂ ਕਰਦੀ ਹੈਗੀ ਉਹ ਡੈਫੀਨੇਸ਼ਨ। ਜਾਂ ਫਿਰ ਕਹਿ ਲਓ ਕਿ ਸਾਰੇ ਸਪੈਸੀਮੈਂਸ ਜਿਹੜੇ ਫੋਸਿਲ ਸਪੈਸੀਮੈਂਸ ਆ ਉਹ ਇਸ ਡੈਫੀਨੇਸ਼ਨ ਦੇ ਦੁਆਰਾ ਕਵਰ ਨਹੀਂ ਕੀਤੇ ਗਏ ਹੋਏ ਹੈਗੇ ਜਾਂ ਡਿਫਾਈਨ ਨਹੀਂ ਕੀਤੇ ਹੋਏ। ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਇਸ ਡੈਫੀਨੇਸ਼ਨ ਦੇ ਵਿੱਚ ਵੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈ।
ਹੁਣ ਜਿਹੜੀ ਸਟੀਵਾਰਟ ਦੀ ਡੈਫੀਨੇਸ਼ਨ ਸੀਗੀ ਉਹ ਵੀ ਮਤਲਬ ਇਹੀ ਕਹਿੰਦੀ ਹੈ ਕਿ ਐਵੀਡੈਂਸ ਆਫ ਪ੍ਰੀ ਹਿਸਟੋਰਿਕ ਲਾਈਫ, ਪਰ ਉਹਨੇ ਡਿਟੇਲ ਕੁਛ ਨਹੀਂ ਦੱਸਿਆ ਕਿ ਫੋਸਿਲ ਕਿੱਦਾਂ ਦਾ ਹੋ ਸਕਦਾ ਜਾਂ ਕਿੱਥੋਂ ਕਿੱਦਾਂ ਦਾ ਹੋ ਸਕਦਾ, ਕਿੰਨੇ ਸਾਲ ਪੁਰਾਣਾ ਆ, ਜਾਂ ਪ੍ਰੋਪਰਲੀ ਕਹਿ ਸਕਦੇ ਹਾਂ ਕਿ ਕਿਹੜੇ ਪਲਾਂਟ ਦਾ, ਕਿਹੜੇ ਐਨੀਮਲ ਦਾ ਹੋ ਸਕਦਾ ਹੈ ਕਿ ਇਹ ਡੈਫੀਨੇਸ਼ਨ ਦੇ ਅਕੋਰਡਿੰਗ ਜਿਹੜੇ ਫੋਸਿਲਸ ਮਿਲੇ ਆ ਉਹ ਕਲੀਅਰ ਨਾ ਦੱਸ ਸਕਦੇ ਹੋਣ ਕਿ ਇਹ ਇਸ ਜ਼ਮਾਨੇ 'ਚ ਇਸ ਤਰ੍ਹਾਂ ਦੇ ਪਲਾਂਟਸ ਹੁੰਦੇ ਸੀਗੇ ਅਤੇ ਇਹ ਉਹਨਾਂ ਦਾ ਫੋਸਿਲ ਆ। ਮਤਲਬ ਕਿਤੇ ਨਾ ਕਿਤੇ ਇਹਨਾਂ ਡੈਫੀਨੇਸ਼ਨਸ ਕੋਈ ਨਾ ਕੋਈ ਕਮੀ ਦੇਖਣ ਨੂੰ ਮਿਲੀ ਹੈ, ਇਸ ਕਰਕੇ ਇਹ ਪੂਰੀ ਤਰ੍ਹਾਂ ਅਸੈਪਟੇਬਲ ਨਹੀਂ ਸੀਗੀਆਂ, ਮਤਲਬ ਐਪਰੋਪਰੀਏਟ ਨਹੀਂ ਸੀ। ਅਸੈਪਟੇਬਲ ਤਾਂ ਸੀਗੀਆਂ ਨੋ ਡਾਊਟ, ਪਰ ਐਪਰੋਪਰੀਏਟ ਜਿਹੜੀ ਆ ਉਹ ਨਹੀਂ ਮੰਨਿਆ ਗਿਆ ਇਹਨਾਂ ਡੈਫੀਨੇਸ਼ਨਸ ਨੂੰ। ਫਿਰ ਬੇਟਾ ਜੇ ਅਸੀਂ ਗੱਲ ਕਰੀਏ ਕਿ ਜਿਹੜੇ ਇਹਨਾਂ ਦੇ ਪ੍ਰੋਪਰ ਅਗਰ ਅਸੀਂ ਫੋਸਿਲ ਦੀ ਡੈਫੀਨੇਸ਼ਨਸ ਜਾਂ ਫੋਸਿਲ ਦੀ ਸਟੱਡੀ ਕਰਨੀ ਆ, ਉਹਦੇ ਲਈ ਸਾਨੂੰ ਪਹਿਲਾਂ ਇਹ ਜਾਣਨਾ ਪੈਣਾ ਆ ਕਿ ਫੋਸਿਲ ਕਿੰਨੇ ਤਰ੍ਹਾਂ ਦੇ ਆ। ਹੁਣ ਫੋਸਿਲਸ ਜਿਹੜੇ ਆ ਦੋ ਤਰ੍ਹਾਂ ਦੇ ਦੇਖੇ ਗਏ ਆ, ਸੀਊਡੋ ਫੋਸਿਲ ਅਤੇ ਇੰਡੈਕਸ ਫੋਸਿਲ। ਹੁਣ ਸੀਡੋ ਫੋਸਿਲ ਬੇਟਾ ਜਦੋਂ ਰੌਕਸ ਦਾ ਫਾਰਮੇਸ਼ਨ, ਸੀਡੋ ਮਤਲਬ ਹੁੰਦਾ ਆ ਫਾਲਸ, ਜਦੋਂ ਰੌਕਸ ਦਾ ਫਾਰਮੇਸ਼ਨ ਦੇਖਿਆ ਗਿਆ ਜਾਂ ਜਦੋਂ ਰੌਕਸ ਦਾ ਡਿਵੈਲਪਮੈਂਟ ਸਟਾਰਟ ਹੋਇਆ, ਵੈਦਰਿੰਗ ਕਹਿ ਲਓ ਕਿ ਬਣਨੇ ਸ਼ੁਰੂ ਹੋਏ ਰੌਕਸ, ਤਾਂ ਕੁਝ ਪੀਸਸ ਜਿਹੜੇ ਰੌਕਸ ਦੇ ਸੀਗੇ ਉਹਨਾਂ ਨੇ ਸ਼ੇਪ ਆਫ ਪਲਾਂਟ ਜਾਂ ਐਨੀਮਲ ਲੈ ਲਈ। ਮਤਲਬ ਪੱਥਰਾਂ ਦੀ ਹੀ ਸ਼ੇਪ ਜਿਹੜੀ ਆ ਉਹ ਪਲਾਂਟਸ ਜਾਂ ਐਨੀਮਲਸ ਵਰਗੀ ਬਣ ਗਈ ਸੀਗੀ। ਤਾਂ ਇਹ ਰੌਕਸ ਜਿਹੜੇ ਆ ਉਹ ਲੁੱਕ ਦਿੰਦੇ ਸੀਗੇ ਫੋਸਿਲ ਦੇ, ਪਰ ਜਦੋਂ ਉਹਨਾਂ ਦੀ ਡਿਟੇਲ ਸਟੱਡੀ ਕੀਤੀ ਗਈ ਤਾਂ ਇਹ ਰੌਕਸ ਜਿਹੜੇ ਆ ਰੌਕਸ ਹੀ ਨਜ਼ਰ ਆਏ, ਜਾਂ ਸਟੱਡੀ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇਹ ਰੌਕਸ ਹੀ ਆ, ਇਹ ਪੂਰੀ ਤਰ੍ਹਾਂ ਇਹ ਫੋਸਿਲ ਨਹੀਂ ਹੈਗੇ, ਇਹ ਤਾਂ ਜਸਟ ਲੁੱਕ ਦੇ ਰਹੇ ਆ ਕਿਉਂਕਿ ਕਿੰਨੇ ਸਾਲ ਪਹਿਲਾਂ ਉਹਨਾਂ 'ਤੇ ਪਲਾਂਟਸ ਔਰ ਐਨੀਮਲਸ ਪਏ ਹੋਣੇ ਆ ਤਾਂ ਉਹ ਉਸ ਸ਼ੇਪ 'ਚ ਢਲ ਗਏ, ਪਰ ਐਕਚੁਅਲੀ ਦੇ ਵਰ ਰੌਕਸ ਨਾਟ ਫੋਸਿਲਸ। ਤਾਂ ਕਰਕੇ ਇਹਨਾਂ ਨੂੰ ਸੀਡੋ ਫੋਸਿਲ ਕਿਹਾ ਆ, ਮਤਲਬ ਮਿਸਟੇਕਨ ਇੱਕ ਸਟਰਕਚਰ ਸੀਗਾ, ਤਾਂ ਰੌਕ ਸਪੈਸੀਮੈਂਟਸ ਨੂੰ ਹੀ ਸੀਡੋ ਫੋਸਿਲ ਕਹਿੰਦੇ ਆ, ਜਿਨ੍ਹਾਂ ਦੀ ਲੁੱਕ ਫੋਸਿਲ ਵਰਗੀ ਆ। ਫਿਰ ਸੈਕਿੰਡ ਜਿਹੜੀ ਹੈਗੀ ਆ ਉਹ ਹੈਗਾ ਇੰਡੈਕਸ ਫੋਸਿਲ। ਇੰਡੈਕਸ ਫੋਸਿਲ ਬੇਟਾ ਇਹ ਵੀ ਇੰਪੋਰਟੈਂਟ ਆ। ਇਹ ਟਰਮ ਜਿਹੜੀ ਆ ਇਹਨੂੰ ਅਸੀਂ ਗਾਈਡ ਵੀ ਕਹਿੰਦੇ ਆ, ਫੋਸਿਲ ਨੂੰ ਐਜ਼ ਅ ਗਾਈਡ ਯੂਜ਼ ਕਰਦੇ ਹਾਂ। ਗਾਈਡ ਮਤਲਬ ਕਿ ਕੋਈ ਹੈਲਪਿੰਗ ਏਜੰਟ, ਐਜ਼ ਅ ਹੈਲਪਿੰਗ ਏਜੰਟ ਆਪਾਂ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ, ਤਾਂ ਇਹਨਾਂ ਨੂੰ ਗਾਈਡਸ ਕਹਿੰਦੇ ਆ। ਇਹ ਟਰਮ ਉਹਨਾਂ ਫੋਸਿਲਸ ਲਈ ਯੂਜ਼ ਕੀਤੀ ਗਈ ਆ ਵਿਚ ਆਰ ਯੂਜ਼ਡ ਇਨ ਦਾ ਪ੍ਰੋਸੈਸ ਆਫ ਕ੍ਰੋਨੋਲੋਜੀਕਲ ਮੈਚਿੰਗ ਆਫ ਦਾ ਰੌਕਸ। ਹੁਣ ਦੇਖੋ ਕਿ ਵੈਸੇ ਅਸੀਂ ਰੌਕਸ ਦੇ ਉੱਪਰ ਫੋਸਿਲ ਦੀਆਂ ਛਾਪਾਂ ਨੂੰ ਦੇਖਦੇ ਹਾਂ, ਲੇਕਿਨ ਪੁੱਠਾ ਵੀ ਹੁੰਦਾ ਹੈ ਕਿ ਇਹ ਵਾਲੇ ਜਿਹੜੇ ਫੋਸਿਲ ਆ ਇਹਨਾਂ ਨੂੰ ਅਸੀਂ ਰੌਕਸ ਨੂੰ ਆਈਡੈਂਟੀਫਾਈ ਕਰਨ 'ਚ ਯੂਜ਼ ਕਰਦੇ ਹਾਂ ਕਿ ਇਹ ਰੌਕਸ ਜਿਹੜੇ ਆ ਮੈਟਾਮੋਰਫਿਕ ਆ, ਇਗਨੀਅਸ ਰੌਕਸ ਆ, ਜਾਂ ਫਿਰ ਸੈਡੀਮੈਂਟਰੀ ਰੌਕਸ ਆ, ਜਾਂ ਜੁਰੈਸਿਕ ਪੀਰੀਅਡ 'ਚ ਇਹ ਰੌਕਸ ਮਿਲੇ ਸੀਗੇ ਕਿ ਕਾਰਬੋਨੀਫੇਰਸ, ਮਤਲਬ ਰੌਕਸ ਦੀ ਸਟੱਡੀ ਕਰਨ 'ਚ ਇਹ ਹੈਲਪਫੁਲ ਹੁੰਦੇ ਆ। ਦੇ ਆਰ ਯੂਜ਼ਡ ਐਜ਼ ਗਾਈਡਸ ਇਨ ਲੋਕੇਟਿੰਗ ਐਂਡ ਟਰੇਸਿੰਗ ਦਾ ਪੈਟਰੋਲੀਅਮ ਐਂਡ ਕੋਲ ਬੀਅਰਿੰਗ ਰੌਕਸ। ਹੁਣ ਜਿਹੜੇ ਪੱਥਰਾਂ 'ਚ, ਚੱਟਾਨਾਂ 'ਚ, ਜਾਂ ਜਿੱਥੇ ਵੀ ਪੈਟਰੋਲੀਅਮ ਹੁੰਦਾ ਆ ਜਾਂ ਫਿਰ ਰਿਫਾਈਨਰੀ ਕੋਲ ਮਾਈਨਸ ਹੁੰਦੀਆਂ ਆ, ਉਹਨਾਂ ਨੂੰ ਆਈਡੈਂਟੀਫਾਈ ਕਰਨ 'ਚ ਵੀ ਦੇਖੋ ਇਹ ਫੋਸਿਲ ਹੈਲਪ ਕਰਦੇ ਆ। ਹੁਣ ਫੋਸਿਲ ਨੂੰ ਇੰਡੈਕਸ ਫੋਸਿਲ ਇਸ ਕਰਕੇ ਕਹਿੰਦੇ ਆ, ਜਾਂ ਫੋਸਿਲ ਉਦੋਂ ਇੰਡੈਕਸ ਫੋਸਿਲ ਕਹਿਲਾਉਂਦਾ ਆ ਜਦੋਂ ਉਹਦੇ ਵਿੱਚ ਵੇਰੀਅਸ ਕਰੈਕਟਰਸ ਹੋਣ। ਹੁਣ ਕਰੈਕਟਰਸ ਕਿਹੜੇ ਆ ਬੇਟਾ? ਇੱਕ ਤਾਂ ਇੰਡੈਕਸ ਫੋਸਿਲ ਜਿਹੜੇ ਆ ਉਹ ਸ਼ਾਰਟ ਵਰਟੀਕਲ ਰੇਂਜ, ਮਤਲਬ ਇਹ ਛੋਟੇ ਤਾਂ ਹੁੰਦੇ ਹੀ ਆ, ਵਰਟੀਕਲੀ
ਜਦੋਂ ਰੌਕਸ ਨੂੰ ਰਿਪਰੈਜ਼ੈਂਟ ਕਰਦੇ ਆ ਜਾਂ ਇਹ ਦੱਸਦੇ ਆ ਕਿ ਉਹਨਾਂ ਰੌਕਸ ਦੇ ਸਟਰਕਚਰਸ ਨੂੰ ਜ਼ਿਆਦਾ ਦਰਸਾਉਂਦੇ ਆ ਜਿਹੜੇ ਵਰਟੀਕਲ ਹੁੰਦੇ ਆ। ਹੁਣ ਰੌਕ ਤਾਂ ਆ ਵੀ ਹੋ ਸਕਦਾ ਆ, ਹੈ ਨਾ, ਕਈ ਰੌਕਸ ਇਸ ਤਰ੍ਹਾਂ ਦੇ ਲੰਬੇ ਹੋਣਗੇ, ਤਾਂ ਇਹਨਾਂ ਨੂੰ ਜ਼ਿਆਦਾ ਈਜ਼ੀਲੀ ਅਸੀਂ ਇੰਡੈਕਸ ਫੋਸਿਲ ਦੇ ਦੁਆਰਾ ਪਹਿਚਾਣ ਸਕਦੇ ਹਾਂ। ਵਰਟੀਕਲ ਲੇਅਰਸ, ਬਟ ਇਹ ਅੱਛਾ, ਇਹਨਾਂ ਦਾ ਜਿਹੜਾ ਡਿਸਟਰੀਬਿਊਸ਼ਨ ਹੈ, ਮਤਲਬ ਇੰਡੈਕਸ ਫੋਸਿਲ ਸਾਨੂੰ ਕਿਤੇ ਵੀ ਮਿਲ ਜਾਂਦੇ ਆ। ਇਹ ਨਹੀਂ ਹੈਗਾ ਕਿ ਪਰਟੀਕੂਲਰ ਕਿਸੇ ਏਰੀਆ 'ਚ ਰਿਸਟ੍ਰਿਕਟਡ ਰਹਿਣੇ ਆ। ਹੁਣ ਜਿਹੜੇ ਪਰਟੀਕੂਲਰਲੀ ਕਿਸੇ ਏਰੀਆ 'ਚ ਰਿਸਟ੍ਰਿਕਟਡ ਰਹਿੰਦੇ ਆ, ਕਿਸੇ ਜ਼ੋਨ 'ਚ ਰਿਸਟ੍ਰਿਕਟਡ ਰਹਿੰਦੇ ਆ ਫੋਸਿਲ, ਮੰਨ ਲਓ ਸਿਰਫ ਗੜ੍ਹਸ਼ੰਕਰ ਤੋਂ ਜਿਹੜੇ ਮਿਲੇ ਉਹ ਹੋ ਜਾਣੇ ਆ ਜ਼ੋਨ ਫੋਸਿਲ। ਪਰ ਜਿਹੜੇ ਇੰਡੈਕਸ ਫੋਸਿਲ ਆ ਉਹ ਤੁਹਾਨੂੰ ਗੜ੍ਹਸ਼ੰਕਰ, ਪੋਜੇਵਾਲ, ਉੱਧਰ ਤੁਹਾਡੇ ਨੰਗਲ ਹੋ ਗਿਆ, ਤੁਹਾਡੇ ਨਵਾਂ ਸ਼ਹਿਰ ਹੋ ਗਿਆ, ਹੁਸ਼ਿਆਰਪੁਰ ਹੋ ਗਿਆ, ਇੱਦਾਂ ਹਰ ਜਗ੍ਹਾ ਤਕਰੀਬਨ ਮਿਲ ਜਾਣੇ। ਵਾਈਡ ਜਿਓਗ੍ਰਾਫੀਕਲ ਡਿਸਟਰੀਬਿਊਸ਼ਨ ਇਹਨਾਂ ਦਾ ਹੁੰਦਾ ਆ, ਜਾਂ ਡਿਸਟਰੀਬਿਊਟਡ ਇਨ ਲਾਰਜਰ ਏਰੀਆਸ ਅਸੀਂ ਕਹਿ ਸਕਦੇ। ਹੁਣ ਆਰਗੈਨਿਜ਼ਮਸ ਜਿਹੜੇ ਆ ਅਬੰਡੈਂਸ 'ਚ ਇਹ ਮਿਲਦੇ ਆ, ਅਤੇ ਮੰਨਿਆ ਜਾ ਸਕਦਾ ਆ ਕਿ ਇਹ ਇਹਨਾਂ ਦੇ ਅਕਰੈਂਸ ਕਾਮਨ ਅਕਰੈਂਸ, ਮਤਲਬ ਕਿ ਇਹਨਾਂ ਦੇ ਐਨਸੈਸਟਰਸ ਜਿਨ੍ਹਾਂ ਦੇ ਵੀ ਇਹ ਫੋਸਿਲ ਹੈਗੇ ਆ, ਉਹਨਾਂ ਦੇ ਐਨਸੈਸਟਰਸ ਜ਼ਿਆਦਾ ਹੋਣੇ ਆ ਜਾਂ ਉਹਨਾਂ ਦੀ ਗਿਣਤੀ ਜ਼ਿਆਦਾ ਹੋਣੀ ਆ। ਫੋਰ ਐਗਜ਼ਾਮਪਲ ਬੇਟਾ, ਮੰਨ ਲਓ ਜਿੱਦਾਂ ਡਾਇਨਾਸੌਰ ਸੀਗੇ ਇੱਕ ਪੀਰੀਅਡ 'ਚ, ਸਿਰਫ ਜੁਰਾਸਿਕ ਪਾਰਕ ਤੁਸੀਂ ਮੂਵੀ ਦੇਖੀ ਹੋਣੀ ਆ, ਜੁਰਾਸਿਕ ਪੀਰੀਅਡ 'ਚ ਡਾਇਨਾਸੌਰ ਹੀ ਜ਼ਿਆਦਾ ਸੀਗੇ। ਉਹਨਾਂ ਦੀ ਛੋਟੀ ਵੱਡੀ ਵੈਰਾਈਟੀ, ਕਲਰ 'ਚ ਫਰਕ ਹੋ ਸਕਦਾ ਆ। ਤਾਂ ਉਸ ਏਰੀਆ ਦੇ ਫੋਸਿਲ ਤਾਂ ਨੈਚੁਰਲ ਹੈ ਕਿ ਉਹਨਾਂ ਦੀ ਕਾਮਨ ਅਕਰੈਂਸ ਔਰ ਅਬੰਡੈਂਸ ਹੋਣੀ ਹੈ, ਕਿਉਂਕਿ ਸਿਰਫ ਉਸ ਟਾਈਮ 'ਤੇ ਡਾਇਨਾਸੌਰ ਹੀ ਸੀਗੇ। ਹੋਰ ਐਨੀਮਲਸ ਜਿਹੜੇ ਆ ਉਹ ਘੱਟ ਹੋਣੇ ਆ, ਜਾਂ ਉਸ ਪਰਟੀਕੂਲਰ ਏਰੀਆ 'ਚ ਡਾਇਨਾਸੌਰ ਜ਼ਿਆਦਾ ਹੋਣ ਉਸ ਪੀਰੀਅਡ 'ਚ, ਅਤੇ ਬਾਕੀ ਐਨੀਮਲਸ ਘੱਟ ਹੋਣ। ਤਾਂ ਇੱਦਾਂ ਇਹਨਾਂ ਦੀ ਜਿਨ੍ਹਾਂ ਦੀ ਜ਼ਿਆਦਾ ਅਕਰੈਂਸ, ਜ਼ਿਆਦਾ ਅਬੰਡੈਂਸ 'ਚ ਇਹ ਨੰਬਰਸ 'ਚ ਪ੍ਰੈਜ਼ੈਂਟ ਹੁੰਦੇ ਆ, ਉਹ ਇੰਡੈਕਸ ਫੋਸਿਲ ਆ। ਇੰਡੈਕਸ ਫੋਸਿਲ ਹੋ ਸਕਦੇ ਆ। ਇੰਡੈਕਸ ਫੋਸਿਲ ਜਿਹੜੇ ਆ, ਇਹਨਾਂ ਦੇ ਕੁਛ ਇਹਨਾਂ 'ਚ ਸਪੈਸ਼ਲ ਕਰੈਕਟਰਸ ਹੁੰਦੇ ਆ ਬੇਟਾ। ਫੋਰ ਐਗਜ਼ਾਮਪਲ ਇਹਨਾਂ ਦੀ ਅਪੀਅਰੈਂਸ ਜਿਹੜੀ ਆ ਉਹ ਸਪੈਸ਼ਲ ਹੋ ਸਕਦੀ ਆ, ਤਾਂ ਕਿ ਇਹਨਾਂ ਨੂੰ ਈਜ਼ੀਲੀ ਆਈਡੈਂਟੀਫਾਈ ਕੀਤਾ ਜਾ ਸਕੇ ਔਰ ਕਿਸੇ ਹੋਰ ਚੀਜ਼ ਨਾਲ ਇਹ ਕਨਫਿਊਜ਼ ਨਹੀਂ ਹੁੰਦੇ। ਜਿੱਦਾਂ ਸੀਡੋ ਫੋਸਿਲ ਤਾਂ ਪੱਥਰਾਂ 'ਤੇ ਉਹੀ ਪੱਥਰ ਹੀ ਢਲ ਜਾਂਦੇ ਆ ਫੋਸਿਲ ਦੀ ਸ਼ੇਪ 'ਚ, ਇੱਦਾਂ ਦਾ ਕੁਛ ਨਹੀਂ ਹੁੰਦਾ। ਇਹ ਅਸੀਂ ਈਜ਼ੀਲੀ ਆਈਡੈਂਟੀਫਾਈ ਕਰ ਸਕਦੇ ਹਾਂ ਇੰਡੈਕਸ ਫੋਸਿਲ, ਕਿਉਂਕਿ ਇਹਨਾਂ ਦਾ ਇੱਕ ਸਪੈਸ਼ਲਾਈਜ਼ਡ ਅਪੀਅਰੈਂਸ, ਸਟਰਕਚਰ, ਸ਼ੇਪ, ਸਾਈਜ਼ ਹੁੰਦਾ ਆ। ਫਿਰ ਜਿਹੜੇ ਇੰਡੈਕਸ ਫੋਸਿਲ ਆ ਉਹ ਅਸੀਂ ਕਹਿ ਸਕਦੇ ਹਾਂ ਕਿ ਛੋਟੇ ਹੁੰਦੇ ਆ ਸਾਈਜ਼ 'ਚ, ਮਾਈਕਰੋਸਕੋਪਿਕ, ਮਤਲਬ ਵਿਦ ਦਾ ਹੈਲਪ ਆਫ ਮਾਈਕਰੋਸਕੋਪ ਵੀ ਅਸੀਂ ਕਈ ਦੇਖ ਪਾਉਂਦੇ ਹਾਂ, ਉੱਦਾਂ ਨਹੀਂ ਦੇਖ ਪਾਉਂਦੇ। ਤਾਂ ਕਿ ਇਹ ਈਜ਼ੀਲੀ ਸਟੱਡੀਜ਼ 'ਚ, ਤਾਂ ਹੀ ਆਪਾਂ ਇਹਨਾਂ ਨੂੰ ਈਜ਼ੀਲੀ ਸਟੱਡੀਜ਼ 'ਚ ਯੂਜ਼ ਕਰ ਸਕਦੇ ਹਾਂ, ਰੌਕਸ ਆਈਡੈਂਟੀਫਾਈ ਕਰਨ 'ਚ ਜਾਂ ਰੌਕਸ ਨੂੰ ਲੱਭਣ 'ਚ, ਪਹਿਚਾਨਣ 'ਚ। ਅਤੇ ਡਰਿਲਿੰਗ ਮਤਲਬ ਜਿੱਦਾਂ ਖੁਦਾਈ ਕਰਨੀ ਆ, ਆਪਾਂ ਸੜਕਾਂ ਬਣਾਉਂਦੇ ਆ ਤਾਂ ਪਹਾੜ ਨਹੀਂ ਉਡਾਉਂਦੇ, ਇਸ ਤਰ੍ਹਾਂ ਡਰਿਲਿੰਗ ਇਹ ਕੋਰਿੰਗ 'ਚ ਇਹ ਈਜ਼ੀਲੀ ਯੂਜ਼ ਹੁੰਦੇ, ਉਹ ਕਰ ਸਕਦੇ ਹਾਂ ਅਸੀਂ ਇਹਨਾਂ ਦਾ। ਫਿਰ ਬੇਟਾ ਥਰਡ ਜਿਹੜੀ ਟਾਈਪ ਹੈਗੀ ਆ ਉਹ ਹੈਗੇ ਆ ਲਿਵਿੰਗ ਫੋਸਿਲਸ। ਹੁਣ ਲਿਵਿੰਗ ਨਾਮ ਤੋਂ ਹੀ ਕਲੀਅਰ ਆ ਕਿ ਕਈ ਆਰਗੈਨਿਜ਼ਮਸ ਜਿਹੜੇ ਆ ਉਹਨਾਂ ਦਾ ਲੌਂਗ ਜਿਓਗ੍ਰਾਫੀਕਲ ਰਿਕਾਰਡ ਐਵੀਡੈਂਸ ਸਾਨੂੰ ਮਿਲ ਸਕਦੇ ਆ, ਫੋਸਿਲਸ ਐਂਡ ਸਟਿਲ ਗਰੋਇੰਗ ਇਨ ਲਿਵਿੰਗ ਕੰਡੀਸ਼ਨ। ਤਾਂ ਬੇਟਾ ਜਿੱਦਾਂ ਅਸੀਂ ਜਿਮਨੋਸਪਰਮਸ ਪੜ੍ਹਨੇ ਆ, ਹੁਣ ਸਾਰੇ ਜਿਮਨੋਸਪਰਮਸ ਜਿੰਦਾ ਆ, ਸਾਨੂੰ ਮਿਲ ਜਾਂਦੇ ਆ, ਅਸੀਂ ਆਪਣੀ ਕਿਆਰੀਆਂ 'ਚ ਵੀ ਗਰੋ ਕੀਤੇ ਆ। ਜਿਵੇਂ ਸਾਈਕਸ ਹੋ ਗਿਆ, ਪਾਈਨਸ, ਉਹ ਸਟਾਫ ਰੂਮ ਦੇ ਸਾਹਮਣੇ ਲੌਨ ਦੇ ਸੈਂਟਰ ਦੇ ਵਿੱਚ ਗਰੋ ਕੀਤਾ ਆ, ਜਿਹਦੀ ਤਿੱਖੀਆਂ ਲੀਵਸ ਹੁੰਦੀਆਂ ਆ। ਥੂਜਾ, ਤੁਹਾਡੀ ਵਿੱਦਿਆ ਪੜ੍ਹਾਈ ਹੋ ਗਈ, ਇਹ ਸਾਰੇ ਲਿਵਿੰਗ ਆ। ਪਰ ਇੱਕ ਜਿਹੜਾ ਜਿਮਨੋਸਪਰਮ ਆ, ਗਿੰਕਗੋ ਬਾਇਲੋਬਾ, ਉਹ ਫੋਸਿਲ ਆ। ਤਾਂ ਲਿਵਿੰਗ ਫੋਸਿਲ ਉਹ ਹੁੰਦੇ ਆ ਕਿ ਜਿਨ੍ਹਾਂ ਦੇ ਕੁਛ ਵੈਰਾਈਟੀਜ਼, ਕੁਛ ਸਪੀਸ਼ੀਜ਼ ਜਾਂ ਕੁਛ ਪੀੜ੍ਹੀਆਂ ਅਸੀਂ ਕਹਿ ਸਕਦੇ ਹਾਂ ਕਿ ਕਈ ਸਾਲ ਪਹਿਲਾਂ ਕੁਛ ਪੀੜ੍ਹੀਆਂ ਜਿਹੜੀਆਂ ਉਹ ਮਰ ਕੇ ਫੋਸਿਲ ਬਣ ਗਈਆਂ ਡਿਊ ਟੂ ਐਨੀ ਫੈਕਟਰ,
ਤੇ ਕੁਛ ਉਹਦੀ ਪੀੜ੍ਹੀਆਂ 'ਚੋਂ ਕੁਛ ਸਪੀਸ਼ੀਜ਼ ਜਾਂ ਵੈਰਾਈਟੀਜ਼ ਜਿਹੜੀਆਂ ਹੱਲੇ ਜਿੰਦਾ ਆ, ਉਹਨਾਂ ਨੂੰ ਅਸੀਂ ਲਿਵਿੰਗ ਫੋਸਿਲ ਕਹਿੰਦੇ ਹਾਂ। ਬੇਟਾ ਜਿੱਦਾਂ ਹੁਣ ਕਹਿ ਦਿੰਦੇ ਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੁੱਲ 'ਚੋਂ ਹੱਲੇ ਵੀ ਕੋਈ ਉਹਨਾਂ ਦਾ ਬੰਦਾ ਜਿੰਦਾ ਆ, ਜਿਹੜਾ ਉੱਥੇ ਬਾਬਾ ਬਟਾਲੇ ਜਾਂ ਕਿਤੇ ਜਿੱਥੇ ਵੀ ਬਾਬਾ ਜੀ ਦਾ ਗੁਰਦੁਆਰਾ ਆ, ਉੱਥੇ ਉਹ ਸੇਵਾ ਕਰਦੇ ਆ, ਉਹਨਾਂ ਦੇ ਕੁੱਲ 'ਚੋਂ ਹੀ ਆ। ਤਾਂ ਇਸ ਤਰ੍ਹਾਂ ਕੁੱਲ 'ਚੋਂ ਮਤਲਬ ਜਨਰੇਸ਼ਨ 'ਚੋਂ ਕਿ ਕੁਛ ਪੀੜ੍ਹੀਆਂ ਮਰ ਗਈਆਂ, ਫੋਸਿਲ ਬਣ ਗਈਆਂ, ਪਰ ਉਸ ਪੀੜ੍ਹੀਆਂ ਦੇ ਕੋਈ ਨਾ ਕੋਈ ਸਪੀਸ਼ੀਜ਼ ਹੱਲੇ ਲਿਵਿੰਗ ਆ, ਦੇ ਆਰ ਨੋਨ ਐਜ਼ ਲਿਵਿੰਗ ਫੋਸਿਲਸ। ਹੁਣ ਲਿਵਿੰਗ ਫੋਸਿਲ ਜਿਹੜਾ ਆ ਉਹ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਲਿਵਿੰਗ ਹੁਣ ਜਿਹੜਾ ਪਲਾਂਟ ਹੈਗਾ ਆ ਉਹ ਨਹੀਂ ਫੋਸਿਲ ਹੈਗਾ, ਬਟ ਸਿੰਪਲੀ ਉਹਦੇ ਜਿਹੜੇ ਕਹਿ ਲਓ ਕਿ ਓਲਡਰ ਜਨਰੇਸ਼ਨ ਸੀਗੀਆਂ ਉਹ ਫੋਸਿਲ ਆ। ਹੁਣ ਗਿੰਕੋ ਬਾਇਲੋਬਾ ਦੀਆਂ ਸਾਰੀਆਂ ਜਿਹੜੀਆਂ ਪੀੜ੍ਹੀਆਂ ਆ ਉਹ ਮਰ ਗਈਆਂ, ਪਰ ਇੱਕ ਪਲਾਂਟ ਹੱਲੇ ਵੀ ਊਟੀ ਜਿਹੜਾ ਬਟਾਨੀਕਲ ਗਾਰਡਨ ਆ ਉੱਥੇ ਸਰਵਾਈਵ ਕਰਦੀ ਆ, ਉੱਥੇ ਆਪਾਂ ਲਗਾਇਆ ਹੋਇਆ ਆ, ਪ੍ਰੀਜ਼ਰਵ ਕਰਦੇ ਹਾਂ। ਇੱਦਾਂ ਕੋਈ ਨਾ ਕੋਈ ਉਹਦੀ ਵਾਈਲਡ ਕੰਡੀਸ਼ਨ 'ਚ ਵੀ ਕੋਈ ਸਪੀਸ਼ੀਜ਼ ਸਾਨੂੰ ਮਿਲ ਜਾਣੀ ਆ। ਤਾਂ ਇਹ ਹੋ ਗਿਆ ਲਿਵਿੰਗ ਫੋਸਿਲ ਕਿ ਕੁਛ ਇੱਕ ਅੱਧੀ ਵੈਰਾਈਟੀ ਜਿਹੜੀ ਹੈ ਜਿੰਦਾ ਆ, ਠੀਕ ਹੈ, ਬਾਕੀ ਉਹਦੀਆਂ ਮਰ ਗਈਆਂ। ਹੁਣ ਇਹ ਜੀਨਸ ਜਿਹੜਾ ਆ ਇਹਦੇ ਲਈ ਵੀ ਫਿਰ ਓਬਵੀਅਸ ਹੈ ਕਿ ਜਦ ਇੱਕ ਇਹਦੀ ਪੀੜ੍ਹੀ ਜਿੰਦਾ ਆ ਤਾਂ ਉਹਦੀ ਫਿਰ ਜਿਹੜੀਆਂ ਕੰਡੀਸ਼ਨਸ ਆ ਰਹਿਣ ਦੀਆਂ ਉਹ ਵੀ ਪਰਟੀਕੂਲਰ ਹੋਣਗੀਆਂ, ਕਿਸੇ ਪਰਟੀਕੂਲਰ ਏਰੀਆ 'ਚ ਉਹ ਰਿਸਟ੍ਰਿਕਟਡ ਹੋਏਗਾ, ਹੈ ਨਾ। ਅਤੇ ਹੁਣ ਮੰਨ ਲਓ ਹੋ ਸਕਦਾ ਹੈ ਕਿ ਗਿੰਕੋ ਬਾਇਲੋਬਾ ਜਿਹੜਾ ਆ ਜਿਸ ਵੀ ਪੀਰੀਅਡ 'ਚ ਜਿਸ ਵੀ ਏਰੀਆ 'ਚ ਮਿਲਿਆ ਹੋਏਗਾ, ਈਰਾ ਮਤਲਬ ਕਿ ਜਿਓਲੋਜੀਕਲ ਟਾਈਮ ਪੀਰੀਅਡ ਜਿੱਦਾਂ ਜੁਰਾਸਿਕ ਪੀਰੀਅਡ ਆ, ਜਾਂ ਫਿਰ ਮੇਸੋਜੋਇਕ ਈਰਾ ਆ, ਜਾਂ ਫਿਰ ਤੁਸੀਂ ਪਿੱਛੇ ਕੱਲ੍ਹ ਪੜ੍ਹਿਆ ਸੀਗਾ ਕਾਰਬੋਨੀਫੇਰਸ ਪੀਰੀਅਡ 'ਚ ਆਪਾਂ ਨੂੰ ਮਿਲਿਆ ਸੀ ਕੋਲ ਮਾਈਨਸ 'ਚ ਵਿਲੀਅਮਸੋਨੀਆ। ਤਾਂ ਇੱਦਾਂ ਇਹ ਕਿਹੜੇ ਈਰਾ 'ਚ ਔਰ ਕਿਹੜੇ ਏਰੀਆਜ਼ 'ਚ ਮਿਲਿਆ, ਕਿਹੜੇ ਟਾਈਮ 'ਚ ਮਿਲਿਆ, ਇਹ ਉਹਦਾ ਆਪਣਾ ਪਰਟੀਕੂਲਰ ਕਰੈਕਟਰ ਹੋਏਗਾ ਜਿਹੜਾ ਲਿਵਿੰਗ ਫੋਸਿਲ ਹੈ ਉਹਦਾ। ਫਿਰ ਬੇਟਾ ਆਉਂਦੇ ਆ ਪ੍ਰੋਸੈਸ ਆਫ ਫੋਸਿਲਾਈਜੇਸ਼ਨ। ਇਹ ਆਪਾਂ ਚਲੋ ਇਨ ਸ਼ਾਰਟ ਪੜ੍ਹਨਾ ਆ, ਵੈਸੇ ਆਈ ਥਿੰਕ ਤੁਹਾਡੇ ਸਿਲੇਬਸ ਪ੍ਰੋਸੈਸ ਨਹੀਂ ਹੈਗੇ, ਲੇਕਿਨ ਉਸ ਤੋਂ ਬਿਨਾਂ ਫਿਰ ਅਸੀਂ ਟਾਈਪਸ ਜ਼ਰਾ ਸਮਝਣੇ ਮੁਸ਼ਕਿਲ ਹੋਣਗੇ। ਹੁਣ ਫੋਸਿਲਾਈਜੇਸ਼ਨ ਦਾ ਮਤਲਬ ਕੀ ਆ? ਪ੍ਰੋਸੈਸ ਆਫ ਫਾਰਮੇਸ਼ਨ ਆਫ ਫੋਸਿਲਸ, ਮਤਲਬ ਕਨਵਰਜਨ ਆਫ ਪਲਾਂਟਸ ਐਨੀਮਲਸ ਇਨਟੂ ਫੋਸਿਲਸ, ਇਹਨੂੰ ਕਹਿ ਦਿੰਦੇ ਆ ਫੋਸਿਲਾਈਜੇਸ਼ਨ। ਇਹ ਤਾਂ ਈਜ਼ੀ ਆ। ਪਲਾਂਟਸ ਜਿਹੜੇ ਆ ਉਹ ਜ਼ਿਆਦਾਤਰ ਪ੍ਰੀਜ਼ਰਵਡ ਹੁੰਦੇ ਆ ਸੈਡੀਮੈਂਟਰੀ ਰੌਕਸ, ਅਤੇ ਪ੍ਰੋਸੈਸ ਆਫ ਫੋਸਿਲਾਈਜੇਸ਼ਨ ਜਿਹੜਾ ਆ ਲੌਂਗ ਬੈਕ ਇਹ ਮਿਲੀਅਨ ਈਅਰਸ ਅਗੋ ਹੀ ਸ਼ੁਰੂ ਹੋ ਜਾਂਦਾ ਆ, ਅਤੇ ਸਟਿਲ ਜਿਹੜਾ ਫੋਸਿਲ ਆ ਹੱਲੇ ਵੀ ਜੇ ਅਸੀਂ ਕਿਤੇ ਧਰਤੀ ਦੀ ਖੁਦਾਈ ਕਰਾਂਗੇ, ਕਿਸੇ ਫੋਰੈਸਟ ਦੀ ਖੁਦਾਈ ਕਰਾਂਗੇ ਜਾ ਕੇ, ਤਾਂ ਸਾਨੂੰ ਹੱਲੇ ਵੀ ਫੋਸਿਲ ਜਿਹੜੇ ਆ ਉਹ ਮਿਲ ਜਾਣੇ ਆ। ਮਤਲਬ ਸਟਿਲ ਇਸ ਈਰਾ 'ਚ ਵੀ ਸਾਨੂੰ ਪ੍ਰੈਜ਼ੈਂਟ ਕੰਡੀਸ਼ਨਸ 'ਚ ਵੀ ਫੋਸਿਲਸ ਜਿਹੜੇ ਮਿਲ ਜਾਣੇ ਆ। ਕੁਛ ਜਿਹੜੇ ਆ ਅਸੀਂ ਲੌਂਗ ਬੈਕ ਖੋਦ ਕੇ ਕੱਢੇ ਆ, ਔਰ ਕੁਛ ਜੇ ਅਸੀਂ ਹੁਣ ਵੀ ਕੱਢਣਾ ਚਾਹੀਏ ਤਾਂ ਸਾਨੂੰ ਕਿਤੇ ਨਾ ਕਿਤੇ ਜ਼ਰੂਰ ਫੋਸਿਲ ਜਿਹੜਾ ਆ ਉਹ ਮਿਲ ਜਾਣਾ ਆ। ਹੁਣ ਫੋਸਿਲ ਬਣਨ ਲਈ ਸਪੈਸ਼ਲਾਈਜ਼ਡ ਕੰਡੀਸ਼ਨਸ ਹੁੰਦੀਆਂ ਆ ਕਿ ਇਹ ਤਾਂ ਮੰਨਿਆ ਮੈਂ ਕਿ ਫੋਸਿਲਸ ਜਿਹੜੇ ਆ ਉਹ ਪ੍ਰੀਜ਼ਰਵਡ ਹੁੰਦੇ ਆ ਓਨਲੀ ਸੈਡੀਮੈਂਟਰੀ ਰੌਕ, ਮਤਲਬ ਜਿੱਥੇ ਸੈਡੀਮੈਂਟਰੀ ਰੌਕ ਜ਼ਿਆਦਾ ਹੋਣਗੇ, ਚੱਟਾਨਾਂ ਜ਼ਿਆਦਾ ਹੋਣੀਆਂ ਆ, ਉੱਥੇ ਫੋਸਿਲਸ ਜਿਹੜੇ ਆ ਉਹ ਦੇਖਣ ਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਪ੍ਰੀਜ਼ਰਵਡ ਹੋ ਸਕਦੇ ਆ ਜਾਂ ਰਹਿ ਸਕਦੇ ਆ ਲੰਬੇ ਸਮੇਂ ਨਾਲ, ਡੈਮੇਜ ਨਹੀਂ ਹੁੰਦੇ ਹੈਗੇ। ਪਰ ਹੁਣ ਇਹ ਪੋਸੀਬਲ ਨਹੀਂ ਹੈਗਾ ਕਿ ਜਿੱਥੇ ਸੈਡੀਮੈਂਟਰੀ ਰੌਕ ਹੋਣਗੇ ਉੱਥੇ ਫੋਸਿਲ ਹੋਣਗੇ ਹੀ ਹੋਣਗੇ, ਜ਼ਰੂਰੀ ਨਹੀਂ ਹੈਗਾ, ਪਰ ਮਿਲਦੇ ਸੈਡੀਮੈਂਟਰੀ ਰੌਕ 'ਚ ਇਹ ਬਹੁਤ ਸਾਰੀਆਂ ਪਲੇਸਿਸ ਆ ਜਿੱਥੇ ਸੈਡੀਮੈਂਟਰੀ ਰੌਕ ਨਹੀਂ ਹੁੰਦੇ ਪਰ ਉੱਥੇ ਫੋਸਿਲ ਵੀ ਹੁੰਦੇ ਆ। ਤਾਂ ਦੋਨੋਂ ਕੰਡੀਸ਼ਨਸ
ਐਗਜ਼ਿਸਟ ਕਰਦੀਆਂ, ਲੇਕਿਨ ਵੈਸੇ ਮੰਨ ਲੈਂਦੇ ਆ ਕਿ ਸੈਡੀਮੈਂਟਰੀ ਰੌਕਸ 'ਚ ਜ਼ਿਆਦਾਤਰ ਜਿਹੜੇ ਫੋਸਿਲ ਆ ਉਹ ਪ੍ਰੀਜ਼ਰਵਡ ਜਾਂ ਜ਼ਿਆਦਾ ਸਾਨੂੰ ਫੋਸਿਲ ਸੈਡੀਮੈਂਟਰੀ ਰੌਕਸ 'ਚ ਮਿਲੇ ਆ। ਹੁਣ ਇਹ ਪ੍ਰੋਸੈਸ ਆਫ ਫੋਸਿਲਾਈਜੇਸ਼ਨ ਜਿਹੜਾ ਆ ਇਹਨੂੰ ਕੁਝ ਸਪੈਸ਼ਲ ਕੰਡੀਸ਼ਨਸ ਚਾਹੀਦੀਆਂ ਹੁੰਦੀਆਂ ਆ। ਅਗਰ ਇਹ ਕੰਡੀਸ਼ਨਸ ਨਹੀਂ ਐਗਜ਼ਿਸਟ ਹੁੰਦੀਆਂ, ਮਤਲਬ ਨਹੀਂ ਕੰਡੀਸ਼ਨਸ ਹੁੰਦੀਆਂ ਡਿਵੈਲਪ, ਤਾਂ ਫੋਸਿਲ ਹੋ ਸਕਦਾ ਨਾ ਬਣਨ। ਫੋਰ ਐਗਜ਼ਾਮਪਲ ਕਿ ਜਿੱਦਾਂ ਨੀਚੇ ਕੁਝ ਦਿੱਤੇ ਹੋਏ ਆ ਫੈਕਟਰਸ, ਕੰਡੀਸ਼ਨਸ ਜਿੱਤੇ ਸਾਨੂੰ ਫੋਸਿਲ ਜਿਹੜੇ ਉਹ ਦੇਖਣ ਨੂੰ ਮਿਲ ਸਕਦੇ ਆ, ਜਾਂ ਫੋਸਿਲ ਤਾਂ ਹੀ ਬਣਨਗੇ ਜੇ ਆਹ ਵਾਲੀਆਂ ਕੰਡੀਸ਼ਨਸ ਹੋਣਗੀਆਂ। ਫੋਰ ਐਗਜ਼ਾਮਪਲ ਬਰੀਅਲ ਕਿਆ ਆ? ਸਭ ਤੋਂ ਪਹਿਲੀ ਸਟੇਜ ਫੋਸਿਲਾਈਜੇਸ਼ਨ ਦੀ ਬਰੀਅਲ ਹੁੰਦੀ ਆ, ਜਿਹਦੇ ਵਿੱਚ ਡੈਡ ਪਲਾਂਟਸ ਜਾਂ ਐਨੀਮਲਸ ਜਾਂ ਫਿਰ ਉਹਨਾਂ ਦੇ ਟੁੱਟੇ ਹੋਏ ਪਾਰਟਸ ਜਿਹੜੇ ਸਿੰਕ ਕਰ ਜਾਂਦੇ ਆ, ਡੁੱਬ ਜਾਂਦੇ ਆ, ਧੱਸ ਜਾਂਦੇ ਆ, ਮੱਡ ਜਾਂ ਸੈਂਡ, ਅਗਰ ਵਾਟਰ ਬਾਡੀ ਆ ਤਾਂ ਮੱਡ ਸੈਂਡ 'ਚ ਧੱਸ ਜਾਂਦੇ ਆ। ਬਰੀਅਲ ਵਰਡ ਬਣਿਆ ਬਰੀਡ ਤੋਂ, ਤਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਬਰੀਡ ਡੀਪ ਇਨਟੂ ਦਾ ਅਰਥ ਕਰਸਟ ਮਿਲੀਅਨ ਈਅਰਸ ਅਗੋ, ਇੱਦਾਂ ਬੋਲੀ ਸੀ ਨਾ ਡੈਫੀਨੇਸ਼ਨ। ਤਾਂ ਧਸੇ ਹੋਏ, ਥੱਲੇ ਦੱਬੇ ਹੋਏ ਧਰਤੀ 'ਚ। ਬਰੀਅਲ ਜਿਹੜਾ ਆ ਉਹ ਸੈਡੀਮੈਂਟਰੀ ਰੌਕਸ ਜਿੱਥੇ ਵੀ ਹੁੰਦੇ ਆ, ਫੋਰ ਐਗਜ਼ਾਮਪਲ ਲੇਕਸ ਹੋ ਗਿਆ, ਸੀਸ ਹੋ ਗਿਆ, ਐਸ਼ਟਰੇਜ਼, ਸਵੈਮਸ, ਕੌਂਟੀਨੈਂਟਲ ਸ਼ੈਲਫਸ। ਕੁਝ ਫੋਸਿਲਸ ਜਿੱਦਾਂ ਐਲਗੇ ਦੇ ਮੰਨ ਲਓ ਡਾਇਆਟਮਸ ਆ, ਫਰਸਟੂਲੇ ਆ, ਹੋਰ ਇਕੁਐਟਿਕ ਪਲਾਂਟਸ, ਐਨੀਮਲਸ, ਉਹ ਡਿਪੋਜ਼ਿਟ ਹੁੰਦੇ ਆ ਡੀਪ ਸੀ ਬੇਸਿਨਸ, ਥੱਲੇ ਸੀ ਦੇ। ਅਤੇ ਪਲਾਂਟਸ ਜਿਹੜੇ ਆ ਉਹ ਜਿਹੜੇ ਲੈਂਡ 'ਤੇ ਗਰੋ ਕਰਦੇ ਆ, ਅਤੇ ਉਹ ਮੰਨ ਲਓ ਜਿੱਦਾਂ ਨਹਿਰਾਂ ਦੇ ਆਲੇ ਦੁਆਲੇ ਅਗਰ ਲੈਂਡ 'ਤੇ ਗਰੋ ਕੀਤੇ ਆ, ਮਿੱਟੀ 'ਚ ਗਰੋ ਕੀਤੇ ਆ, ਤਾਂ ਪਾਣੀ ਦੇ ਬਹਾਵ ਨਾਲ ਉਹ ਵੱਡੀਆਂ ਵਾਟਰ ਬਾਡੀਜ਼ 'ਚ ਜਾ ਕੇ ਮਿਲ ਜਾਂਦੇ ਆ, ਉੱਥੇ ਜਾ ਕੇ ਸੈਟਲ ਡਾਊਨ ਹੋ ਕੇ ਬਰੀਡ ਹੋ ਜਾਂਦੇ ਆ। ਇਸ ਤਰ੍ਹਾਂ ਇਹ ਬਰੀਅਲ ਜਿਹੜੀ ਆ ਕੰਡੀਸ਼ਨ ਹੋਣੀ ਚਾਹੀਦੀ ਆ ਪ੍ਰੋਪਰਲੀ। ਜੇ ਬਰੀਡ ਨਾ ਹੋਇਆ, ਮੰਨ ਲਓ ਧਰਤੀ ਦੇ ਉੱਪਰ ਹੀ ਪਿਆ ਰਿਹਾ, ਇੱਧਰ ਉੱਧਰ ਬਹਿ ਗਿਆ, ਫਿਰ ਉੱਪਰ ਹੀ ਉੱਪਰ ਪਿਆ ਰਿਹਾ, ਉੱਥੇ ਹੀ ਡੀਕੰਪੋਜ਼ ਹੋ ਗਿਆ, ਨਹੀਂ ਉਹਦੀ ਛਾਪ ਕਿਤੇ ਬਣ ਸਕੀ, ਤਾਂ ਉਹ ਫੋਸਿਲ ਨਹੀਂ ਬਣਨਾ। ਫੋਸਿਲ ਮਤਲਬ ਠੋਸ ਨਹੀਂ ਹੋਣਾ ਹੈਗਾ, ਉਹ ਜੰਮ ਕੇ ਮਿਨਰਲਾਈਜ਼ਡ ਹੋ ਕੇ ਠੋਸ ਕੰਡੀਸ਼ਨ ਨੂੰ ਅਸੀਂ ਕਹਿੰਦੇ ਹਾਂ ਫੋਸਿਲ। ਤਾਂ ਜੇ ਪ੍ਰੋਪਰਲੀ ਬਰੀਡ ਨਾ ਹੋਇਆ ਤਾਂ ਫੋਸਿਲ ਨਹੀਂ ਬਣਨਾ। ਆਪਾਂ ਇਸ ਹੁਣ ਟੌਪਿਕ 'ਚ ਇੰਨਾ ਹੀ ਪੜ੍ਹਦੇ ਹਾਂ। ਕੱਲ੍ਹ ਨੂੰ ਆਪਾਂ ਇਸ ਤੋਂ ਅੱਗੇ ਟਾਈਪਸ ਪੜ੍ਹਾਂਗੇ ਅਤੇ ਕੰਡੀਸ਼ਨਸ ਕੁਝ ਪੜ੍ਹ ਲਾਂਗੇ। ਫਿਰ ਇਹ ਚੈਪਟਰ ਜਿਹੜਾ ਹੈ ਇੱਕ ਅੱਧੇ ਦਿਨ 'ਚ ਖ਼ਤਮ ਹੋ ਜਾਣਾ ਹੈ। ਦੈਨ ਆਪਾਂ ਜਿਮਨੋਸਪਰਮ ਸਟਾਰਟ ਕਰਾਂਗੇ। ਗੁੱਡ ਬਾਏ ਬੇਟਾ, ਕੀਪ